गुरु मालक ने त्रुट के ये बचन कीते मालका मैं रोलदा फिरदा सां कोई बांह नहीं सी फड़दा बात नहीं सी पुछदा। प्यारिओ अपनी भी हालत विच झात मारो। कदी महापुरखां ने याद कराया सी बाबा आउंदियां ने बाजरे दियां रोटियां याद आउंदियां ने कदी मक्की दियां रोटियां याद। अज महल्लां विच बैठे हां जिथे जिथे महापुरखां ने चरण पाए ने गुरु नानक दे शब्द गाए ने अज उन्हां घरां दे विच प्यारिओ जंगलां विच मंगल बने ने। अज धन गुरु रामदास साहब महाराज जी दे घर बैठे हां। गुरु रामदास साहब जी दी नगरी वाल किते महापुरख तकदे हुंदे सी ना गुरु रामदास दी नगरी वाल ते कहंदे हुंदे सी खूब तेरी पगड़ी मीठे तेरे बोल। ओहो बाबा नामदेव साहब जी दा शब्द पढ़ना उच्ची उच्ची महापुरखा। घर आए बजुर्गां ने शराब पीती हुई शब्द पढ़ रहे ने उच्ची उच्ची ते माता जी कहन लगे शराब ना रज के बैठा है तुसीं शब्द पढ़ रहे हो बाबा जी इन्हां ते भी किरपा कर दिओ। त्रुठ के कहंदे हसदियां होया कहन लगे बीबी कोई गल नहीं थोड़ी जी दे कर्मां च होर हैगी है। शराबी नाल भी कोई वितकरा नहीं ਉਹਦੇ ਕਰਮਾਂ ਜਿਹੜੀ ਥੋੜੀ ਹੋਰ ਸੀ 4 ਦਿਨ ਉਹ ਵੀ ਦੱਸ ਦਿੱਤੀ ਹੈਗੀ ਹੈ। ਉਹ ਮਹੀਨਾ ਆਵੇ ਤੇ ਜਾਵੇ ਮਹਾਂਪੁਰਖਾਂ ਦਾ ਐਸਾ ਬਚਨ ਬਜ਼ੁਰਗ ਸਾਡੇ ਸ਼ਰਾਬੀ ਨੂੰ ਘਰ ਵੀ ਨਹੀਂ ਸੀ ਵੜਨ ਦਿੰਦੇ ਹੁੰਦੇ। ਤੇ ਅੱਜ ਪਿਆਰਿਓ ਜਿੰਨੇ ਤੁਸੀਂ ਬੈਠੇ ਹੋ ਸਾਰਾ ਪਰਿਵਾਰ ਮਹਾਂਪੁਰਖਾਂ ਦਾ ਪਰਿਵਾਰ ਹੈ। ਇਹ ਸਤਿਪੁਰਖਾਂ ਦਾ ਪਰਿਵਾਰ ਹੈ। ਇਹ ਗੁਰੂ ਰਾਮਦਾਸ ਗੁਰੂ ਨਾਨਕ ਦਾ ਪਰਿਵਾਰ ਹੈ। ਭਾਵੇਂ ਕਿੰਨਾ ਸਮਾਂ ਪਿਆਰਿਓ ਸਮਾਗਮ ਚੱਲਦਾ ਰਹੇ 4 ਘੰਟੇ 10 ਘੰਟੇ 5 ਘੰਟੇ ਚੱਲੀ ਜਾਏ ਤੇ ਜਦੋਂ ਮਹਾਂਪੁਰਖਾਂ ਦੇ ਤੁਸੀਂ ਸ਼ਬਦ ਸੁਣਨੇ ਹੁੰਦੇ ਨੇ ਵਿਚਾਰ ਸੁਣਨੀ ਹੁੰਦੀ ਉਦੋਂ ਸੰਗਤ ਨੂੰ ਪਤਾ ਨਹੀਂ ਹੁੰਦਾ ਵੀ ਅਸੀਂ ਜਾਣਾ ਕਿ ਨਹੀਂ ਜਾਣਾ। ਘਰ ਭੁੱਲ ਜਾਂਦੇ ਆ ਨਾ ਜੀ ਰਿਸ਼ਤੇਦਾਰ ਭੁੱਲ ਜਾਂਦੇ ਨੇ ਕਾਰੋਬਾਰ ਭੁੱਲ ਜਾਂਦੇ ਨੇ प्यार विच बहिंदे हो ते ये प्यार दी खेड गुरु नानक दे घर दी खेड है। जिन साच कहो सुन लियो सबै जिन प्रेम कियो ते नहीं ते फिर इन्ना प्यार सी परिवारां दे विच। हरेक परिवार कहंदा सी बाबा जी साडे ने हरेक परिवार कहंदा सी बाबा जी साडे ने ते जे दूजे परिवार ने किते लैण आ जाना बाबा जी साडे घर चलो ते जिस घर विच बैठे हुंदे सी ना जी उस घर दे जी का नाम लैके कहन लगा उन्होंने पुछ लो। इन्ना प्यार सी अजे कि महापुरख किसे बंधना विच नहीं सी किसे दे बजे नहीं सन पर प्यार दे बजे सन। जिस घर विच बहना उस घर दे मुखी जी का नाम लैना कहन लगना उन्होंने पुछ लो जे तुसीं लैके जाना। ते अज भी प्यारिओ असीं सारे घरां विच जदों महापुरखां दी याद विच बहिने आ महापुरखां नूं याद करदे जिथे जिथे भी कोई महापुरखां नूं याद करदा अज भी महापुरख साडे कोल ने किते नहीं गए शरीर करके साडे तो दूर ने पर प्यारिओ जोत करके अज भी साडे विच बैठे। धन गुरु रामदास महाराज किरपा करन। गुरु रामदास साहब महाराज जी दे गृहस्थी जीवन दे अंदर मालक ने 3 पुत्रां दी दात दित्ती। ਵੱਡੇ ਸਨ ਬਾਬਾ ਪ੍ਰਿਥੀ ਚੰਦ ਜੀ ਤੇ ਛੋਟੇ ਸਨ ਵਿਚਕਾਰਲੇ ਬਾਬਾ ਮਹਾਂਦੇਵ ਜੀ ਤੇ ਸਭ ਤੋਂ ਛੋਟੇ ਤੀਸਰੇ ਸਥਾਨ ਤੇ ਸਨ ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ। ਪਿਆਰਿਓ ਕਿਸੇ ਵੀ ਮਹਾਤਮਾ ਦਾ ਗੁਰੂ ਦਾ ਪੀਰ ਦਾ ਸ਼ੇਖ ਦਾ ਔਲੀਏ ਦਾ ਜੀਵਨ ਤੱਕਣਾ ਹੋਵੇ ਤੇ ਜੀਵ ਵਿਚਾਰਦੇ ਨੇ ਕਿ ਸਭ ਤੋਂ ਪਹਿਲਾਂ ਇਹਦਾ ਆਪਣਾ ਜੀਵਨ ਕੀ ਹੈ ਇਹਦਾ ਪਰਿਵਾਰਕ ਜੀਵਨ ਕੀ ਹੈ ਇਹਦਾ ਸਮਾਜਿਕ ਜੀਵਨ ਕੀ ਹੈ ਤੇ ਚੌਥੇ ਨੰਬਰ ਤੇ ਵਿਚਾਰਿਆ ਜਾਂਦਾ ਵੀ ਇਹਦਾ ਧਰਮੀ ਜੀਵਨ ਕੀ ਹੈ। ਸਭ ਤੋਂ ਪਹਿਲਾਂ ਹੁਣ ਜੇ ਪਰਿਵਾਰਕ ਜੀਵਨ ਨੂੰ ਗੁਰੂ ਰਾਮਦਾਸ ਜੀ ਦੇ ਨੂੰ ਤੱਕਦੇ ਆ ਤੇ ਪਰਿਵਾਰਕ ਜੀਵਨ ਐਸਾ ਕਿ ਪਿਆਰਿਓ ਤਰੁੱਠ ਕੇ ਸਾਹਿਬ ਕਹਿਣ ਲੱਗੇ ਇਹੋ ਜਿਹਾ ਇਹੋ ਹੀ ਹੈ ਇਹਦੇ ਵਰਗਾ ਹੋਰ ਕੋਈ ਜਿਹਨੇ ਸਾਰੀ ਜ਼ਿੰਦਗੀ ਕਿਸੇ ਅੱਗੇ ਹੱਥ ਨਹੀਂ ਫੈਲਾਇਆ ਕੇਵਲ ਗੁਰੂ ਨਾਨਕ ਦੇ ਘਰ ਦੀ ਸੇਵਾ ਦੀ ਟੇਕ ਰੱਖੀ। ਜੇ ਹੁਣ ਪਰਿਵਾਰਕ ਜੀਵਨ ਸਾਹਿਬ ਦਾ ਦੇਖਦੇ ਆ ਤੇ ਪਰਿਵਾਰਕ ਜੀਵਨ ਦੇ ਵਿੱਚ ਪਿਆਰਿਓ ਵੱਡੇ ਸਨ ਨਾ ਜਿਹੜੇ ਬਾਬਾ ਪ੍ਰਿਥੀ ਚੰਦ ਜੀ ਉਹ ਗੁਰਤਾ ਦੇ ਕਾਰਨ
ਈਰਖਾ ਦੇ ਵਜੋਂ ਆਪਣੇ ਛੋਟੇ ਭਰਾ ਦੇ ਨਾਲ ਵੀ ਲੜ ਪੈਂਦੇ ਸਨ, ਬੋਲ ਪੈਂਦੇ ਸਨ, ਤੇ ਇੱਕ ਦਿਨ ਧੰਨ ਗੁਰੂ ਰਾਮਦਾਸ ਸਾਹਿਬ ਜੀ ਦੇ ਨਾਲ ਵੀ ਵੱਧ ਘੱਟ ਬੋਲ ਪਏ ਸੀ, ਕਿਉਂਕਿ ਉਹ ਕੇਵਲ ਇੱਕ ਸੰਸਾਰਕ ਪਿਤਾ ਜਾਣਦੇ ਸਨ। ਵੱਧ ਘੱਟ ਬੋਲ ਪਏ ਤੇ ਗੁਰੂ ਰਾਮਦਾਸ ਸਾਹਿਬ ਜੀ ਨੇ ਬੜੇ ਪਿਆਰ ਵਿੱਚ ਸਮਝਾਇਆ, ਕਹਿਣ ਲੱਗੇ, ਪ੍ਰਿਥੀ ਚੰਦ, ਤੂੰ ਮੇਰਾ ਪੁੱਤਰ ਹੈ, ਤੂੰ ਮੇਰਾ ਜਾਇਆ ਹੈ, ਤੇ ਜਿਸ ਬਾਪ ਦਾ ਜਾਇਆ ਹੋਵੇ ਉਸ ਬਾਪ ਨਾਲ ਝਗੜਨਾ ਬਹੁਤ ਵੱਡਾ ਪਾਪ ਹੈ। ਬਾਣੀ ਦੇ ਰਾਹੀਂ ਸਤਿਗੁਰੂ ਨੇ ਸੂਝ ਦਿੱਤੀ, ਸਾਡੀ ਝੋਲੀ ਵਿੱਚ ਵੀ ਇਹ ਬਚਨ ਪਾਏ। ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਕਿਹਾ, ਕਾਹੇ ਪੂਤ ਝਗਰਤ ਹਉ ਸੰਗ ਬਾਪ, ਜਿਨ ਕੇ ਜਣੇ ਬਢੀਰੇ ਤੁਮ ਹੋ, ਤਿਨ ਸਿਉ ਝਗਰਤ ਪਾਪ। ਕਹਿਣ ਲੱਗੇ, ਬਾਪ ਨਾਲ ਝਗੜਾ ਕਰਨਾ ਬੜਾ ਵੱਡਾ ਪਾਪ ਹੈ। ਮੈਂ ਬਾਰ-ਬਾਰ ਉਹੀ ਬੇਨਤੀ ਦੁਹਰਾ ਰਿਹਾ ਕਿ ਸਾਹਿਬ ਦਾ ਪ੍ਰਕਾਸ਼ ਪੁਰਬ ਮਨਾ ਰਹੇ ਹਾਂ। ਜੇ ਅਸੀਂ ਨੌਜਵਾਨ ਇਸ ਗੱਲ ਤੋਂ ਸੇਧ ਲੈ ਲਈਏ ਤੇ ਸਮਾਜ ਦਾ ਬਹੁਤ ਵੱਡਾ ਭਲਾ ਹੋ ਸਕਦਾ। ਅੱਜ ਦਾ ਨੌਜਵਾਨ ਕੀ ਕਰਦਾ ਹੈ? ਬੇਬੇ ਤੂੰ ਬਹਿੰਦੀ ਕਿ ਤੈਨੂੰ ਬਿਠਾਵਾਂ? ਬੈਠੀ ਨੂੰ ਤਾਂ ਵਿਚਾਰੀ ਨੂੰ ਸਹਾਰਾ ਦੇ ਕੇ ਕੀ ਉਠਾਉਣਾ? ਅੱਗੋਂ ਇਹੋ ਜਿਹੇ ਸ਼ਬਦ ਵਰਤਦਾ ਹੈ। ਅੱਜ ਦਾ ਨੌਜਵਾਨ ਜਿੰਨਾ ਚਿਰ ਸਵੇਰੇ ਉੱਠ ਕੇ ਬਾਪੂ ਬੇਬੇ ਦੇ ਬਾਲੇ ਨਾ ਕੱਢ ਲਵੇ, ਉਹਨਾਂ ਚਿਰ ਚਾਹ ਨਹੀਂ ਉਹਨੂੰ ਚੰਗੀ ਲੱਗਦੀ, ਤੇ ਗੁਰਦੁਆਰੇ ਆ ਕੇ ਅਰਦਾਸਾਂ ਕਰੇਗਾ, ਗੁਰੂ ਰਾਮਦਾਸ ਸੱਚੇ ਪਾਤਸ਼ਾਹ ਆ ਦੇ, ਆਓ ਦੇ। ਉਹ ਘਰ ਵਿੱਚ ਜਿਹੜਾ ਬੇਬੇ ਤੇ ਬਾਪੂ ਰੱਬ ਜਿਉਂਦਾ ਜਾਗਦਾ ਬੈਠਾ ਸੀ, ਭਲਿਆ ਉਹਦੀ ਤੇ ਤੂੰ ਪਹਿਚਾਣ ਨਾ ਕਰ ਸਕਿਆ, ਉਹਦੇ ਅੱਗੇ ਤੇ ਕਦੀ ਝੁਕ ਨਾ ਸਕਿਆ। ਕਿਹੜੇ ਗੁਰੂ ਦੇ ਅੱਗੇ ਝੁਕਣ ਦੀਆਂ ਗੱਲਾਂ ਕਰਦਾ ਹੈ? ਬਾਬਾ ਨੰਦ ਸਿੰਘ ਜੀ ਨਾਨਕਸਰ ਕਲੇਰਾਂ ਵਾਲੇ ਕਿਆ ਕਰਦੇ ਹੁੰਦੇ ਸਨ, ਜਿਸ ਨੌਜਵਾਨ ਨੂੰ, ਜਿਸ ਜੀਵ ਨੂੰ ਆਪਣੇ ਮਾਂ-ਬਾਪ ਦੇ ਚਰਨਾਂ ਤੇ ਝੁਕਣਾ ਨਹੀਂ ਨਾ ਆਇਆ, ਉਹਨੂੰ ਗੁਰੂ ਦੇ ਚਰਨਾਂ ਤੇ ਕਦੀ ਝੁਕਣਾ ਆ ਹੀ ਨਹੀਂ ਸਕਦਾ। ਜਿਹਨੂੰ ਆਪਣੇ ਮਾਂ-ਬਾਪ ਦੇ ਚਰਨਾਂ ਤੇ ਝੁਕਣਾ ਨਹੀਂ ਆਇਆ। ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਸਾਡੇ ਤੇ ਕਿਰਪਾ ਕਰਨ। ਤੇ ਜਦੋਂ ਇੰਨੀ ਗੱਲ ਕਹੀ ਨਾ ਵੀ ਪੁੱਤ ਬਾਪ ਨਾਲ ਝਗੜਾ ਕਰਨਾ ਪਾਪ ਹੁੰਦਾ ਹੈ, ਤੇ ਅੱਗੋਂ ਹੋਰ ਲਾਲ ਪੀਲਾ ਹੋਇਆ, ਕਹਿਣ ਲੱਗਾ, ਜਿੰਨਾ ਚਿਰ ਤੁਹਾਨੂੰ ਪਿਤਾ ਤੇ ਪੁੱਤਰ ਨੂੰ ਮਰਵਾ ਨਹੀਂ ਨਾ ਦਿੰਦਾ, ਕੈਦ ਨਹੀਂ ਕਰਵਾ ਦਿੰਦਾ, ਉਹਨਾਂ ਚਿਰ ਮੈਂ ਆਰਾਮ ਨਾਲ ਨਹੀਂ ਬੈਠਾਂਗਾ। ਮੇਰੇ ਕੋਲ ਧਨ ਬੜਾ ਹੈ, ਮੇਰੀ ਸਰਕਾਰੇ ਦਰਬਾਰੇ ਪਹੁੰਚ ਬੜੀ ਹੈ। ਤੇ ਗੁਰੂ ਰਾਮਦਾਸ ਪਿਆਰ ਨਾਲ ਕਹਿਣ ਲੱਗੇ, ਪ੍ਰਿਥੀ ਚੰਦ, ਜਿਸ ਧਨ ਕਾ ਤੁਮ ਗਰਭ ਕਰਤ ਹੋ, ਸੋ ਧਨ ਕਿਸੇ ਨਾ ਆਪ। ਕਹਿੰਦੇ ਜਿਹੜੇ ਧਨ ਦਾ ਤੂੰ ਮਾਣ ਕਰਦਾ ਪਿਆ, ਇਹ ਧਨ ਅੱਜ ਤੱਕ ਕਿਸੇ ਦਾ ਨਹੀਂ ਬਣਿਆ। ਫਿਰ ਵੀ ਪਿਆਰ ਨਾਲ ਸਮਝਾਇਆ, ਤੇ ਕੇਵਲ ਪ੍ਰਿਥੀ ਚੰਦ ਨੂੰ ਨਹੀਂ, ਸਾਨੂੰ ਵੀ ਸਮਝਾ ਰਹੇ ਨੇ। ਤੇ ਗੁਰੂ ਮਾਲਕ ਕਿਰਪਾ ਕਰੇ, ਪਰਿਵਾਰ ਵਿੱਚ ਵੀ ਰਹਿਣਾ ਸਿਖਾਇਆ। ਮਾਂ-ਬਾਪ ਦਾ ਫਰਜ਼ ਹੈ ਕਿ ਬੱਚੇ ਨੂੰ ਸ਼ੁਭ ਸਿੱਖਿਆ ਦੇਣੀ ਹੈ, ਪਰ ਪਿਆਰਿਓ ਅੱਗੋਂ ਹੁਣ ਬੱਚੇ ਦਾ ਕਰਮ ਕੀ ਹੈ, ਉਹਦੇ ਮੁਤਾਬਕ ਉਹ ਕੋਈ ਲਾਲ ਪੀਲਾ ਹੋਣ ਵਾਲਾ ਕਿ ਜਾਂ ਉਹ ਸ਼ਾਂਤ ਸੁਭਾਅ ਵਿੱਚ ਰਹਿਣ ਵਾਲਾ ਹੈ, ਉਹ ਵਾਹਿਗੁਰੂ ਦੇ ਗੁਣ ਗਾਇਨ ਕਰਨ ਵਾਲਾ ਹੈ ਕਿ ਜਾਂ ਉਹ ਮਾਲਕ ਨਾਲੋਂ ਟੁੱਟਿਆ ਹੋਇਆ ਰਹਿਣ ਵਾਲਾ ਹੈ। ਇਹ ਮਾਲਕ ਨੇ ਉਹਨੂੰ ਕਰਮ ਦੇਣਾ, ਉਹਨੂੰ ਕਰਮ ਦਿੱਤਾ ਹੈ। ਸਾਡਾ ਫਰਜ਼ ਹੈ ਉਸ ਬੱਚੇ ਦੀ ਪਾਲਣਾ ਕਰਨੀ, ਸ਼ੁਭ ਗੁਣ ਸਮਝਾਉਣੇ, ਪਰ ਐਸਾ ਕਿਤੇ ਮਾਲਕ ਨੂੰ ਤਾਨੇ ਮਿਹਣੇ ਜਾਂ ਸਿਕਵੇ ਗਿਲੇ ਨਾ ਕਰਨ ਲੱਗ ਪਈਏ ਕਿ ਮਾਲਕਾ ਆ ਕੀ ਦਿੱਤਾ ਤੇ ਮੇਰੇ ਪੱਲੇ ਆਈ ਪਾਉਣਾ ਸੀ। ਗੁਰੂ ਰਾਮਦਾਸ ਦੇ ਘਰ ਵਿੱਚ ਬਾਬਾ ਪ੍ਰਿਥੀ ਚੰਦ ਵੱਡਾ ਪੁੱਤਰ ਹੈ, ਉਹੀ ਗੁਰੂ ਦੇ ਬਚਨਾਂ ਤੋਂ ਬਾਗੀ ਹੈ। ਉਹੀ ਕਹਿੰਦਾ ਮੈਂ ਤੈਨੂੰ ਕੈਦ ਕਰਾਵਾਂਗਾ, ਉਹੀ ਕਹਿੰਦਾ ਮੈਂ ਤੈਨੂੰ ਖਤਮ ਕਰਾਂਗਾ। ਆਪਣੇ ਭਰਾ ਦੇ ਪ੍ਰਤੀ ਵੀ ਕਹਿੰਦਾ, ਅੱਗੋਂ ਆਪਣੇ ਪੁੱਤਰ ਨੂੰ ਮਰਦਾ ਹੋਇਆ ਕਹਿ ਗਿਆ ਵੀ ਮੈਂ ਨਹੀਂ ਬਦਲਾ ਲੈ ਸਕਿਆ, ਹੁਣ ਤੂੰ ਬਦਲਾ ਇਸ ਗੱਲ ਦਾ ਲੈਣਾ ਹੈ। ਪਰ ਗੁਰੂ ਰਾਮਦਾਸ ਜੀ ਨੇ ਰਤਾ ਭਰ ਵੀ ਉਹਦਾ ਕੋਈ ਬੁਰਾ ਨਹੀਂ ਮਨਾਇਆ, ਨਾ ਗੁਰੂ ਅਰਜਨ ਸਾਹਿਬ ਜੀ ਨੇ ਉਹਦਾ ਬੁਰਾ ਮਨਾਇਆ। ਉਹਦਾ ਸੁਭਾਅ ਹੈ। ਕੱਲ ਵੀ ਕਥਾ ਦੇ ਵਿੱਚ ਆਪ ਜੀ ਇੱਕ ਬਚਨ ਸੁਣ ਰਹੇ ਸੋ, ਗਿਆਨੀ ਸੰਤੋਖ ਸਿੰਘ ਜੀ ਤੁਹਾਨੂੰ ਸੁਣਾ ਕੇ ਗਏ ਕਿ ਕੋਈ ਸਤਿਪੁਰਖ ਸੀ ਤੇ ਉਹ ਨਦੀ ਦੇ ਵਿੱਚੋਂ ਕੀੜੇ ਨੂੰ ਕੱਢੀ ਜਾਏ। ਹੁਣ ਉਹਦਾ ਕੰਮ ਹੈ, ਹੱਥ ਤੇ ਚੜਿਆ ਤੇ ਡੰਗ ਮਾਰਿਆ, ਉਹ ਫਿਰ ਹੱਥ ਕੰਬਿਆ ਤੇ ਥੱਲੇ ਡਿੱਗਿਆ, ਫਿਰ ਚੁੱਕਿਆ, ਫਿਰ ਉਹ ਡਿੱਗਦਾ, ਫਿਰ ਡੰਗ ਮਾਰਦਾ, ਫਿਰ ਡਿੱਗ ਜਾਂਦਾ, ਫਿਰ ਚੁੱਕਦਾ। ਨਾਲ ਦੇ ਕਹਿੰਦੇ ਵੀ ਇਹਨੂੰ ਛੱਡੋ ਪਰੇ, ਇਹ ਮਰਨ ਦਿਓ, ਰੁੜਨ ਦਿਓ, ਤੁਸੀਂ ਇਹਨੂੰ ਕਿਉਂ ਬਚਾ ਰਹੇ ਹੋ? ਤੁਸੀਂ ਬਚਾ ਰਹੇ ਹੋ, ਇਹ ਤੁਹਾਨੂੰ ਡੰਗ ਮਾਰੀ ਜਾਂਦਾ। ਤੇ ਕਹਿਣ ਲੱਗੇ, ਇਹਨੂੰ ਸੁਭਾਅ ਦਿੱਤਾ ਡੰਗ ਮਾਰਨ ਦਾ ਮਾਲਕ, ਸਾਨੂੰ ਸੁਭਾਅ ਦਿੱਤਾ ਦਇਆ ਦਾ ਪ੍ਰਮਾਤਮਾ ਨੇ। ਜੇ ਇਹ ਆਪਣਾ ਸੁਭਾਅ ਨਹੀਂ ਛੱਡ ਸਕਦਾ ਤੇ ਅਸੀਂ ਆਪਣਾ ਸੁਭਾਅ ਕਿਉਂ ਛੱਡੀਏ? ਇੱਕ ਬਚਨ ਇਹਦੇ ਪ੍ਰਤੀ ਹੋਰ ਕਵਾਂ, ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਸਾਹਿਬ ਜੀ ਦੇ ਛੋਟੇ ਸੁਪੁੱਤਰ
ਉਹਨਾਂ ਦੇ ਕੋਲ ਜਦੋਂ ਪ੍ਰਿਥੀ ਚੰਦ ਆਉਂਦਾ ਹੁੰਦਾ ਸੀ ਨਾ ਜੀ, ਕਿਤੇ ਸਭਾ ਵਿੱਚ ਆ ਜਾਣਾ, ਕਿਤੇ ਲੰਘਦਿਆਂ ਆ ਜਾਣਾ, ਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਜੀਵਨ ਸੀ, ਗਿਆਨੀ ਗਿਆਨ ਸਿੰਘ ਹੋਣਾ ਨੇ ਪੰਥ ਪ੍ਰਕਾਸ਼ ਦੇ ਵਿੱਚ ਲਿਖਿਆ ਹੋਇਆ ਹੈ। ਗੁਰੂ ਪਾਤਸ਼ਾਹ ਮਹਾਰਾਜ ਸਤਿਗੁਰੂ ਜੀ ਨੇ, ਗੁਰੂ ਅਰਜਨ ਸਾਹਿਬ ਜੀ ਨੇ ਉੱਠ ਕੇ ਖੜੇ ਹੋ ਜਾਣ, ਦੋਨੋਂ ਹੱਥ ਜੋੜ ਕੇ ਨਮਸਕਾਰ ਕਰਨੇ। ਇੱਕ ਦਿਨ ਸਿੱਖਾਂ ਨੇ ਪੁੱਛਿਆ, ਕਹਿਣ ਲੱਗੇ ਪਾਤਸ਼ਾਹ ਤੁਸੀਂ ਪ੍ਰਿਥੀ ਚੰਦ ਤੋਂ ਡਰਦੇ ਹੋ? ਸਾਹਿਬ ਕਹਿਣ ਲੱਗੇ ਨਹੀਂ, ਕੀ ਗੱਲ ਹੋ ਗਈ? ਕਹਿੰਦੇ ਪਾਤਸ਼ਾਹ ਤੁਹਾਡੇ ਪਿਤਾ ਨਾਲ ਇਹ ਵੈਰ ਕਰਦਾ ਰਿਹਾ, ਤੁਹਾਡੇ ਨਾਲ ਵੈਰ ਕਰਦਾ ਰਿਹਾ, ਹੁਣ ਤੱਕ ਸਾਰੀ ਸੰਗਤ ਨੂੰ ਪਤਾ ਹੈ। ਤੁਹਾਡੇ ਪੁੱਤਰ ਨੂੰ ਵੀ ਇਹਨੇ ਮਰਵਾਉਣ ਦਾ ਯਤਨ ਕੀਤਾ, ਕਦੀ ਦਾਈ ਦੇ ਕੋਲੋਂ, ਕਦੀ ਸਪੇਰੇ ਦੇ ਕੋਲੋਂ, ਕਦੀ ਖਿਡਾਵੇ ਦੇ ਕੋਲੋਂ, ਸਾਰਿਆਂ ਨੂੰ ਪਤਾ ਹੈ। ਤੇ ਸੱਚੇ ਪਾਤਸ਼ਾਹ ਮਹਾਰਾਜ ਜਦੋਂ ਤੁਹਾਡੇ ਸਾਹਮਣੇ ਆਉਂਦਾ ਤੇ ਤੁਸੀਂ ਉੱਠ ਕੇ ਖੜੇ ਹੋ ਜਾਂਦੇ ਹੋ, ਹੱਥ ਜੋੜਦੇ ਹੋ, ਨਮਸਕਾਰ ਕਰਦੇ ਹੋ, ਕੀ ਕਾਰਨ ਹੈ? ਤੇ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਜਵਾਬ ਦਿੱਤਾ, ਕਹਿਣ ਲੱਗੇ ਸਿੱਖੋ, ਇਹ ਮੈਂ ਸਤਿਕਾਰ ਤੇ ਸਨਮਾਨ ਕਰਦਾ ਧੰਨ ਗੁਰੂ ਰਾਮਦਾਸ ਸਾਹਿਬ ਜੀ ਦੇ ਵੱਡੇ ਸਾਹਿਬਜ਼ਾਦੇ ਦਾ। ਇਹ ਮੈਂ ਸਤਿਕਾਰ ਕਰਦਾ ਆਪਣੇ ਵੱਡੇ ਭਰਾ ਦਾ। ਕਹਿਣ ਲੱਗੇ ਮਾਲਕ ਨੇ ਇਹਨੂੰ ਸੁਭਾਅ ਦਿੱਤਾ ਈਰਖਾ ਕਰਨ ਦਾ, ਤੇ ਸਾਨੂੰ ਮਾਲਕ ਨੇ ਆਪਣਾ ਸੁਭਾਅ ਦਿੱਤਾ ਹੈ ਮਿੱਠ ਬੋਲੜਾ ਜੀ, ਹਰ ਸੱਜਣ ਸੁਆਮੀ ਮੋਰਾ, ਹਉ ਸੰਮਲ ਥਕੀ ਜੀ, ਉਹ ਕਦੇ ਨਾ ਬੋਲੇ ਕੌੜਾ। ਜਦੋਂ ਮੇਰਾ ਮਾਲਕ ਕਦੀ ਕੌੜਾ ਬੋਲਣਾ ਨਹੀਂ ਜਾਣਦਾ, ਕਹਿਣ ਲੱਗੇ ਅਸੀਂ ਕਿਉਂ ਕੌੜਾ ਬੋਲੀਏ? ਜਦੋਂ ਮਾਲਕ ਨੇ ਸਾਨੂੰ ਇਹ ਸੁਭਾਅ ਦਿੱਤਾ, ਆਪਣਾ ਸੁਭਾਅ ਦਿੱਤਾ, ਇਹ ਨਹੀਂ ਆਪਣਾ ਸੁਭਾਅ ਛੱਡਦਾ, ਅਸੀਂ ਕਿਉਂ ਛੱਡੀਏ? ਇੱਕ ਹੋਰ ਬਚਨ ਸ਼ੇਖ ਸਾਧੀ ਸਾਹਿਬ ਬੜੇ ਵੱਡੇ ਮਹਾਨ ਫਿਲਾਸਫਰ ਹੋਏ ਨੇ, ਬਹੁਤ ਵੱਡੇ ਉੱਚ ਕੋਟੀ ਦੇ ਵਿਦਵਾਨ ਹੋਏ ਨੇ। ਉਹ ਬਾਹਰੋਂ ਕੁਝ ਲੱਕੜਾਂ ਇਕੱਠੀਆਂ ਕਰਕੇ ਤੇ ਇੱਕ ਗੱਠੜੀ ਬੰਨ ਕੇ ਸਿਰ ਤੇ ਚੁੱਕੀ ਲਈ ਆਉਣ ਘਰ। ਰਸਤੇ ਵਿੱਚ ਕੁੱਤਾ ਪੈ ਗਿਆ। ਹੁਣ ਕੁੱਤਾ ਪਿਆ ਤੇ ਉਹਨੇ ਲੱਤ ਤੇ ਦੰਦੀ ਵੱਢ ਦਿੱਤੀ। ਘਰ ਆਏ ਨੇ ਤੇ ਖੂਨ ਸਿਮਦਾ ਪਿਆ ਲੱਤ ਤੋਂ। ਛੋਟੀ ਜੀ ਉਹਦੀ ਬੱਚੀ ਦੌੜੀ ਹੋਈ ਆਈ, ਕਹਿਣ ਲੱਗੀ ਅੱਬੂ ਅੱਬੂ ਇਹ ਕੀ ਹੋਇਆ? ਛੋਟੀ ਜੀ ਬੱਚੀ, ਉਹਨੇ ਆਪਣਾ ਸ਼ਬਦ ਵਰਤਿਆ, ਅਸੀਂ ਪਿਤਾ ਜੀ ਕਹਿੰਦੇ, ਉਹਨੇ ਅੱਬੂ ਸ਼ਬਦ ਵਰਤਿਆ। ਕਹਿਣ ਲੱਗੀ ਲੱਤ ਤੇ ਕੀ ਹੋਇਆ? ਕਹਿਣ ਲੱਗਾ ਧੀਏ, ਰਸਤੇ ਦੇ ਵਿੱਚ ਕੁੱਤਾ ਦੌੜ ਕੇ ਮੇਰੇ ਵੱਲ ਆਇਆ, ਉਹਨੇ ਦੰਦੀ ਵੱਢ ਦਿੱਤੀ, ਤਾਂ ਹੀ ਖੂਨ ਸਿਮਦਾ ਪਿਆ। ਹੁਣ ਬੱਚੀ ਵਿਚਾਰੀ ਮਾਸੂਮ, ਬੱਚਿਆਂ ਦੇ ਕਈ ਵਾਰੀ ਜਵਾਬ ਸੁਣ ਕੇ ਅਸੀਂ ਹੈਰਾਨ ਹੋ ਜਾਂਦੇ। ਮਾਸੂਮ ਬੱਚੀ ਨੇ ਕਿਹਾ, ਕਹਿਣ ਲੱਗੀ ਪਿਤਾ ਜੀ ਅੱਬੂ, ਕੁੱਤੇ ਨੇ ਤੁਹਾਡੇ ਦੰਦੀ ਵੱਢੀ, ਜੇ ਕੁੱਤੇ ਕੋਲ ਦੰਦ ਸੀ ਤੇ ਤੁਹਾਡੇ ਕੋਲ ਵੀ ਦੰਦ ਸੀ, ਤੁਸੀਂ ਕਿਉਂ ਨਹੀਂ ਦੰਦੀ ਵੱਢੀ? ਸ਼ੇਖ ਸਾਧੀ ਸਾਹਿਬ ਕਹਿਣ ਲੱਗੇ ਬੱਚੀਏ, ਉਹਦੇ ਕੋਲ ਵੀ ਦੰਦ ਤੇ ਮੇਰੇ ਕੋਲ ਵੀ ਦੰਦ, ਜੇ ਉਹਨੇ ਦੰਦੀ ਵੱਢੀ ਤੇ ਮੈਂ ਵੀ ਦੰਦੀ ਵੱਢਦਾ, ਫਿਰ ਬੰਦੇ ਵਿੱਚ ਤੇ ਕੁੱਤੇ ਵਿੱਚ ਫਰਕ ਹੀ ਹੁੰਦਾ। ਸਾਨੂੰ ਮਾਲਕ ਨੇ ਇਨਸਾਨ ਬਣਾਇਆ, ਬੰਦੇ ਬਣਾਇਆ। ਘੱਟੋ ਘੱਟ ਪਿਆਰਿਓ ਇਨਸਾਨੀਅਤ ਨੂੰ ਕਾਇਮ ਰੱਖੋ। ਅੱਜ ਸਾਡੀ ਬੱਚੀਆਂ ਦੀ ਇੱਜ਼ਤ ਪੱਤ, ਸਾਡੇ ਕੁਝ ਐਸੇ ਜਿਹੜੇ ਦਰਿੰਦੇ ਲੋਕ, ਕੁੱਕਰਾਂ ਤੋਂ ਵੀ ਭੈੜੇ ਜੀਵ ਅੱਜ ਨੋਚਦੇ ਨੇ, ਉਹਨਾਂ ਨੂੰ ਕੀ ਆਖਾਂਗੇ ਅਸੀਂ? ਅੱਜ ਅਖਬਾਰਾਂ ਦੀਆਂ ਸੁਰਖੀਆਂ ਬਣਦੀਆਂ ਨੇ, ਅੱਜ ਅਖਬਾਰਾਂ ਟੀਵੀਆਂ ਤੇ ਤੁਸੀਂ ਸੁਣਦੇ ਹੋ, ਕਦੀ ਕਿਤੇ ਇਸ ਤਰ੍ਹਾਂ ਦਾ ਰੇਪ ਹੋ ਗਿਆ, ਕਦੀ ਕਿਤੇ ਬੱਚੀ ਨੂੰ ਨੋਚ ਕੇ ਖਾ ਲਿਆ। ਇਹ ਹੱਡੋ ਰੋੜੇ ਨਾਲ ਦੇ ਕੁੱਤਿਆਂ ਨਾਲੋਂ ਘੱਟਦੇ ਕਿਤੇ? ਉਹ ਤੇ ਪਿਆਰਿਓ ਫਿਰ ਵੀ ਸਾਡੀ ਸੰਭਾਲ ਕਰਦੇ ਨੇ। ਉੱਥੇ ਪਿਆ ਹੋਇਆ ਮਾਸ ਸੜ ਗਲ ਜਾਣਾ, ਉਹਨੂੰ ਖਾ ਲੈਂਦੇ ਨੇ, ਸਾਨੂੰ ਬਦਬੂ ਤੋਂ ਬਚਾਉਂਦੇ ਨੇ। ਇਹ ਲੋਕ ਤੇ ਸਾਡੇ ਘਰਾਂ ਦੇ ਵਿੱਚ ਬਦਬੂ ਫੈਲਾਉਂਦੇ ਨੇ, ਇਹ ਲੋਕ ਤੇ ਸਾਡੇ ਘਰਾਂ ਵਿੱਚ ਗੰਦਗੀ ਫੈਲਾਉਂਦੇ ਨੇ। ਮਾਲਕ ਕਿਰਪਾ ਕਰੇ ਐਸੇ ਦਰਿੰਦਿਆਂ ਨੂੰ ਗੁਰੂ ਮਾਲਕ ਆਪ ਹੀ ਪਿਆਰਿਓ ਜੋਗ ਸਜ਼ਾ ਦੇਵੇ, ਨਹੀਂ ਤੇ ਸੰਸਾਰਕ ਅਦਾਲਤਾਂ ਕੁਝ ਨਹੀਂ ਜੇ ਕਰਦੀ। ਸੱਚੇ ਪਾਤਸ਼ਾਹ ਨੇ ਸਾਨੂੰ ਪਰਿਵਾਰਕ ਜੀਵਨ ਵਿੱਚ ਵੀ ਰਹਿਣਾ ਸਿਖਾਇਆ। ਪਰਿਵਾਰਕ ਜੀਵਨ ਕੀ ਹੁੰਦਾ ਹੈ ਪਿਆਰਿਆ? ਜੇ ਇੱਕ ਬੱਚਾ ਕੋਈ ਵੱਧ ਘੱਟ ਕਰਦੇ ਨਹੀਂ ਤੇਰੇ ਆਖੇ ਵਿੱਚ, ਹੁਣ ਇਹ ਨਾ ਕਹਿ ਕੇ ਬਾਣੀ ਪੜਨ ਨੂੰ ਚਿੱਤ ਨਹੀਂ ਕਰਦਾ, ਹੁਣ ਇਹ ਨਾ ਕਹਿ ਕੇ ਸਤ ਸੰਗਤ ਕਰਨ ਨੂੰ ਚਿੱਤ ਨਹੀਂ ਕਰਦਾ। ਗੁਰੂ ਰਾਮਦਾਸ ਜੀ ਦੇ ਕੋਲੋਂ ਸਿੱਖ, ਗੁਰੂ ਰਾਮਦਾਸ ਜੀ ਦੇ ਘਰ ਵੱਡਾ ਪੁੱਤਰ ਵੱਧ ਘੱਟ ਬੋਲਦਾ ਹੈ, ਪਰ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਸਵੇਰ ਤੇ ਸ਼ਾਮ ਜਪਦੇ ਤੇ ਜਪਾਉਂਦੇ ਨੇ, ਵਾਹਿਗੁਰੂ 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 ਧੰਨ ਵਾਹਿਗੁਰੂ ਵਾਹਿਗੁਰੂ ਧੰਨ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਪਿਆਰਿਓ, ਜਿਸ ਗੁਰੂ ਰਾਮਦਾਸ ਜੀ ਨੂੰ ਲੋਕ ਕਹਿੰਦੇ ਸੀ ਅਨਾਥ ਹੈ, ਬੇਸਹਾਰਾ ਹੈ, ਇਹਦਾ ਪਤਾ ਨਹੀਂ ਕਿਤੇ ਵਿਆਹ ਕਾਰਜ ਵੀ ਹੋਣਾ ਕਿ ਨਹੀਂ ਹੋਣਾ। ਕਦੀ ਵਿਚਾਰਿਆ ਕਿ ਅੱਜ ਸਾਡੇ ਆਨੰਦ ਕਾਰਜ ਹੀ ਤਾਂ ਹੀ ਹੁੰਦੇ ਨੇ ਜੇ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਦੀਆਂ 4 ਲਾਵਾਂ ਦੇ ਪਾਠ ਹੁੰਦੇ। ਅੱਜ ਸਾਡੇ ਆਨੰਦ ਕਾਰਜ ਹੀ ਸੰਪੂਰਨ ਤਾਂ ਹੁੰਦੇ ਨੇ, ਆਨੰਦ ਕਾਰਜ ਹੀ ਤਾਂ ਮੰਨੇ ਜਾਂਦੇ ਨੇ ਜਿਹੜੀ ਪਾਵਨ ਰੀਤ, ਪਾਵਨ ਮਰਿਆਦਾ ਜਿਹੜੀ ਸੀ ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਬਟਾਲੇ ਦੀ ਧਰਤੀ ਤੇ ਆਰੰਭ ਕੀਤੀ ਸੀ। ਮੂਲ ਮੰਤਰ ਦਾ ਪਾਠ ਲੈ ਕੇ ਉੱਚੀ ਜਗ੍ਹਾ ਤੇ ਵਿੱਚ ਰੱਖ ਕਰਕੇ ਉਹਦੇ ਦੁਆਲੇ ਸਾਹਿਬ ਨੇ ਲਾਵਾਂ ਲਈਆਂ ਸਨ, ਵੇਦੀ ਦੇ ਦੁਆਲੇ ਨਹੀਂ। ਤੇ ਗੁਰੂ ਰਾਮਦਾਸ ਜੀ ਨੇ ਕਿਰਪਾ ਕੀਤੀ, 4 ਲਾਵਾਂ ਉਚਾਰੀਆਂ ਸੂਹੀ ਰਾਗ ਦੇ ਅੰਦਰ, ਤੇ ਸੱਚੇ ਪਾਤਸ਼ਾਹ ਦੀਆਂ 4 ਲਾਵਾਂ ਅੱਜ ਪੜ੍ਹੀਆਂ ਜਾਂਦੀਆਂ ਨੇ ਇੱਕ ਇੱਕ ਕਰਕੇ। ਤੇ ਅਸੀਂ ਗੁਰੂ ਕੀਆਂ ਪ੍ਰਕਰਮਾਂ ਕਰਦੇ ਹਾਂ ਤੇ ਫਿਰ ਆਨੰਦ ਕਾਰਜਾਂ ਦੀ ਸੰਪੂਰਨਤਾ ਬਣਦੀ। ਐਸੇ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ। ਫਿਰ ਨਿਮਰਤਾ ਇੰਨੀ ਸੀ, ਨਿਮਰਤਾ ਪੱਖ ਤੋਂ ਇੰਨੇ ਸਨ ਕਿ ਜਿੱਥੇ ਜਵਾਈ ਹੋਣ ਤੇ ਵੀ ਕਦੀ ਮਾਣ ਨਹੀਂ, ਤੇ ਜੇ ਗੁਰੂ ਨਾਨਕ ਨੇ ਤਖਤ ਦੇ ਦਿੱਤਾ ਨਾ ਆਪਣਾ ਤੇ ਤਾਂ ਵੀ ਮਾਣ ਕੋਈ ਨਹੀਂ। ਬਾਬਾ ਸ੍ਰੀ ਚੰਦ ਗੁਰੂ ਨਾਨਕ ਸਾਹਿਬ ਜੀ ਦੇ ਵੱਡੇ ਫਰਜ਼ੰਦ ਬਾਬਾ ਸ੍ਰੀ ਚੰਦ ਜੀ ਮਹਾਰਾਜ ਬਾੜ ਸਾਹਿਬ ਦੀ ਧਰਤੀ ਤੋਂ ਚੱਲ ਕੇ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਆਉਂਦੇ ਨੇ। ਅੰਤਰਜਾਮੀ ਨੇ ਪਤਾ ਹੈ, ਪਰ ਸੇਵਕਾਂ ਨੇ ਕਿਹਾ ਸੀ, ਬਾਬਾ ਕਮਾਲੀਏ ਨੇ ਕਿਹਾ ਸੀ, ਕਹਿਣ ਲੱਗੇ ਬਾਬਾ ਸ੍ਰੀ ਚੰਦ ਜੀ ਮਹਾਰਾਜ ਤੁਹਾਡੇ ਪਿਤਾ ਦੇ ਤਖਤ ਤੇ ਸੁਣਿਆ ਕੋਈ ਰਾਮਦਾਸ ਸਤਿਗੁਰੂ ਬੈਠਾ ਹੈ। ਸੁਣਿਆ ਵੀ ਉਹ ਘਰ ਦੇ ਵਿੱਚੋਂ ਅਨਾਥ ਸੀ, ਗਰੀਬ ਸੀ। ਸੁਣਿਆ ਉਹ ਘੁੰਗਣੀਆਂ ਵੀ ਵੇਚਦਾ ਹੁੰਦਾ ਸੀ। ਸੁਣਿਆ ਅੱਜ ਉਹ ਤਖਤ ਤੇ ਬੈਠਾ ਚੌਥਾ ਸਤਿਗੁਰੂ ਕਹਾਉਂਦਾ ਹੈ। ਤੇ ਬਾਬਾ ਸ੍ਰੀ ਚੰਦ ਜੀ ਕਹਿੰਦੇ ਚੱਲ ਕਮਾਲੀਆ ਫਿਰ ਦਰਸ਼ਨ ਕਰਕੇ ਆਉਂਦੇ ਆ, ਦੇਖਦੇ ਆ ਕੌਣ ਹੈ ਰਾਮਦਾਸ ਸਤਿਗੁਰੂ, ਪਤਾ ਤੇ ਹੈ। ਪਰ ਕਹਿੰਦੇ ਚੱਲ ਦੇਖਦੇ ਆ। ਅੱਜ ਮਜ਼ਾਕੀਆ ਮੂਡ ਵਿੱਚ ਤੁਰ ਪਏ ਜੀ। ਤੇ ਬਾਬਾ ਕਮਲੀਆ ਮਹਾਂਪੁਰਖਾਂ ਦੀ ਮਹਾਰਾਜ ਦੀ ਸੇਵਾ ਕਰਦੇ ਹੁੰਦੇ ਸੀ। ਜਿਵੇਂ ਅਸੀਂ ਘੋੜੇ ਦੀ ਸਵਾਰੀ ਕਰਦੇ ਹਾਂ, ਉਹ ਘੋੜਾ ਬਣ ਜਾਂਦੇ ਸੀ ਬਾਬਾ ਸ੍ਰੀ ਚੰਦ, ਆਪਣੇ ਕੰਧਿਆਂ ਤੇ ਚੁੱਕ ਕੇ ਲੈ ਜਾਂਦੇ। ਬਾੜ ਸਾਹਿਬ ਦੀ ਧਰਤੀ ਤੋਂ ਚੱਲ ਕੇ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਆਏ ਤੇ ਇੱਥੇ ਘਰ ਵਿੱਚ ਸੰਗਤਾਂ ਗਾ ਰਹੀਆਂ ਨੇ ਗੁਰੂ ਰਾਮਦਾਸ ਸਾਹਿਬ ਜੀ ਦੀ ਵਡਿਆਈ, ਗੁਰੂ ਰਾਮਦਾਸ ਸਾਹਿਬ ਜੀ ਦਾ ਜਸ, ਧੰਨ ਗੁਰੂ ਰਾਮਦਾਸ, ਧੰਨ ਗੁਰੂ ਰਾਮਦਾਸ ਕਰ ਰਹੀਆਂ ਨੇ। ਜਿਵੇਂ ਭਾਈ ਗੁਰਦਾਸ ਸਾਹਿਬ ਜੀ ਨੇ ਸ਼ਬਦ ਵਰਤੇ ਆ ਨਾ, ਬੜਾ ਪਿਆਰਾ ਸ਼ਬਦ ਹੈ ਭਾਈ ਗੁਰਦਾਸ ਸਾਹਿਬ ਜੀ ਦਾ। ਬੈਠਾ ਸੋਢੀ ਪਾਤਸ਼ਾਹ, ਬੈਠਾ ਸੋਢੀ ਪਾਤਸ਼ਾਹ, ਬੈਠਾ ਬੈਠਾ ਸੋਢੀ ਪਾਤਸ਼ਾਹ, ਬੈਠਾ ਸੋਢੀ ਪਾਤਸ਼ਾਹ, ਬੈਠਾ ਰਾਮਦਾਸ ਸਤਿਗੁਰੂ ਕਹਾਵੈ, ਬੈਠਾ ਸੋਢੀ ਪਾਤਸ਼ਾਹ, ਬੈਠਾ ਸੋਢੀ ਪਾਤਸ਼ਾਹ, ਬੈਠਾ ਸੋਢੀ ਪੂਰਨ ਤਾਲ ਖਟਾਇਆ, ਪੂਰਨ ਤਾਲ ਖਟਾਇਆ, ਪੂਰਨ ਤਾਲ ਅੰਮ੍ਰਿਤਸਰ ਵਿੱਚ ਜੋਤ ਜਗਾਵੈ, ਬੈਠਾ ਸੋਢੀ ਪਾਤਸ਼ਾਹ, ਬੈਠਾ ਸੋਢੀ ਪਾਤਸ਼ਾਹ, ਬੈਠਾ ਅੱਜ ਤਖਤ ਤੇ ਬੈਠੇ ਨੇ ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਤੇ ਅੰਮ੍ਰਿਤ ਸਰੋਵਰਾਂ ਦੀ ਸੇਵਾ ਕਰਾ ਰਹੇ। ਤੇ ਬਾਬਾ ਸ੍ਰੀ ਚੰਦ ਜੀ ਜਦੋਂ ਆਏ ਨਾ ਤੇ ਸੰਗਤ ਵੀ ਗੁਰੂ ਰਾਮਦਾਸ ਸਾਹਿਬ ਜੀ ਨੂੰ ਨਮਸਕਾਰਾਂ ਕਰ ਰਹੀਆਂ ਸਨ। ਤੇ ਬਾਬਾ ਸ੍ਰੀ ਚੰਦ ਜੀ ਨੂੰ ਦੂਰੋਂ ਦੇਖਿਆ ਤੇ ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਉੱਠ ਕੇ ਖੜੇ ਹੋ ਗਏ। ਇੰਨਾ ਸਤਿਕਾਰ ਗੁਰੂ ਨਾਨਕ ਦੇ ਘਰ ਦਾ।
ਇੰਨਾ ਸਤਿਕਾਰ ਗੁਰੂ ਨਾਨਕ ਦੇ ਸੁਪੁੱਤਰਾਂ ਦਾ, ਇੰਨਾ ਸਤਿਕਾਰ ਵੈਰਾਗ ਦੀ ਮੂਰਤ ਦਾ, ਤਿਆਗ ਦੀ ਮੂਰਤ ਦਾ। ਉੱਠ ਕੇ ਖੜੇ ਹੋ ਗਏ ਤੇ ਦੋਨੋਂ ਹੱਥ ਜੋੜ ਕੇ ਅੱਗੇ ਆਏ ਨੇ। ਸੰਗਤ ਸਾਰੀ ਹੈਰਾਨ ਵੀ ਕੋਈ ਨਾਂਗਾ ਸਾਧੂ ਆਇਆ, ਸਿਰ ਤੇ ਜਟਾਂ ਦਾ ਜੂੜਾ ਕੀਤਾ ਹੋਇਆ, ਸਰੀਰ ਤੇ ਕੁਝ ਭਸਮ ਮਲੀ ਹੋਈ। ਇਹ ਕਿਹੜਾ ਸਾਧੂ ਜਿਹਦਾ ਉੱਠ ਕੇ ਗੁਰੂ ਰਾਮਦਾਸ ਸਤਿਕਾਰ ਕਰ ਰਹੇ ਨੇ। ਹੁਣ ਵਿਰਲੇ ਜੀਵ ਜਾਣਦੇ ਸਨ, ਪਰ ਬਹੁਤੀ ਸੰਗਤ ਹੈਰਾਨ ਹੋ ਗਈ ਵੀ ਗੁਰੂ ਨਾਨਕ ਦਾ ਘਰ ਤੇ ਕਹਿੰਦਾ ਕਿਸੇ ਦੇ ਅੱਗੇ ਮਾਲਕ ਤੋਂ ਬਿਨਾਂ ਸੀਸ ਨਹੀਂ ਝੁਕਾਉਣਾ। ਇਹ ਕਿਹੜਾ ਸਾਧੂ ਐਸਾ ਆ ਗਿਆ ਜਿਹਦੇ ਵਾਸਤੇ ਗੁਰੂ ਰਾਮਦਾਸ ਉੱਠ ਕੇ ਖੜੇ ਹੋ ਗਏ, ਜਿਹਨੂੰ ਨਮਸਕਾਰ ਕਰਨ ਵਾਸਤੇ ਗੁਰੂ ਰਾਮਦਾਸ ਤਖਤ ਤੋਂ ਉਤਰ ਕੇ ਅੱਗੇ ਚੱਲ ਕੇ ਗਏ ਨੇ। ਤੇ ਅੱਜ ਬਾਬਾ ਸ੍ਰੀ ਚੰਦ ਜੀ ਝੁਕਣ ਲੱਗੇ ਤੇ ਧੰਨ ਗੁਰੂ ਰਾਮਦਾਸ ਸਾਹਿਬ ਜੀ ਨੇ ਝੁਕ ਕੇ ਨਮਸਕਾਰ ਕੀਤੀ। ਤੇ ਧੰਨ ਗੁਰੂ ਰਾਮਦਾਸ ਸਾਹਿਬ ਜੀ ਕਹਿੰਦੇ ਸੰਗਤ ਜੀ, ਇਹ ਮੇਰੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਵੱਡੇ ਸਾਹਿਬਜ਼ਾਦੇ ਬਾਬਾ ਸ੍ਰੀ ਚੰਦ ਭਗਵਾਨ। ਸੰਗਤਾਂ ਦੇ ਹੱਥ ਜੁੜ ਕੇ ਬਾਬਾ ਸ੍ਰੀ ਚੰਦ ਸੁਣਿਆ ਸੀ ਗੁਰੂ ਨਾਨਕ ਸਾਹਿਬ ਜੀ ਦੇ ਸੁਪੁੱਤਰ ਜੇ ਸਰੀਰ ਕਰਕੇ ਹਨ ਨੇ, ਇਹ ਗੁਰੂ ਨਾਨਕ ਸਾਹਿਬ ਦੇ ਸੁਪੁੱਤਰ ਨੇ। ਤੇ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਸੁਪੁੱਤਰ ਬਾਬਾ ਸ੍ਰੀ ਚੰਦ ਜੀ ਅੱਗੇ ਮਜ਼ਾਕੀਆ ਮੂਡ ਵਿੱਚ ਆ ਰਹੇ ਸਨ ਤੇ ਬਹਿੰਦਿਆਂ ਸਾਰ ਹੀ ਨਾ ਕਹਿਣ ਲੱਗੇ, ਬੱਲੇ 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 ਰਾਮਦਾਸ ਆ ਸਤਿਗੁਰੂ, ਇਹਨੇ ਰਾਮਦਾਸ ਸਤਿਗੁਰੂ, ਬੱਲੇ 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 ਇੰਨਾ ਲੰਬਾ ਦੜ। ਕਹਿਣ ਲੱਗੇ ਕਾਸ ਵਾਸਤੇ ਵਧਾਇਆ ਹੋਇਆ। ਹੁਣ ਪਿਆਰਿਓ, ਮਹਾਂਪੁਰਖਾਂ ਦਾ ਹਰ ਵੇਲੇ ਇਹ ਜੀਵਨ ਨਹੀਂ ਕਿ ਕੇਵਲ ਵੈਰਾਗ ਹੀ ਵੈਰਾਗ ਹੁੰਦੇ, ਕਿਤੇ ਮਜ਼ਾਕੀਆ ਮੂਡ ਵਿੱਚ ਵੀ ਜਦੋਂ ਬਚਨ ਕਰਦੇ ਨੇ, ਹਾਸ ਰਾਸ ਦਾ ਵੀ ਬਚਨ ਕਰਦੇ ਨੇ, ਬੜੀ ਭਾਰੀ ਸਿੱਖਿਆ ਹੁੰਦੀ ਹੈ। ਸਾਡਾ ਹੱਸਣਾ ਵੀ ਜਿਹੜਾ ਉਹ ਵੀ ਪਿਆਰਿਓ ਸਾਡਾ ਜਿਹੜਾ ਆਪ ਪ੍ਰਵਾਨ ਹੋ ਜਾਂਦਾ, ਪ੍ਰਵਾਨ ਨਹੀਂ ਹੁੰਦਾ। ਸਾਡਾ ਰੋਣਾ ਵੀ ਪ੍ਰਵਾਨ ਨਹੀਂ ਹੁੰਦਾ, ਸਾਡਾ ਵੈਰਾਗ ਵੀ ਪ੍ਰਵਾਨ ਨਹੀਂ ਹੁੰਦਾ। ਕਿਉਂ? ਕਿਉਂਕਿ ਸਾਡਾ ਸੰਸਾਰ ਦਾ ਹੱਸਣਾ, ਸਾਡਾ ਸੰਸਾਰ ਦਾ ਰੋਣਾ, ਸਾਡਾ ਸੰਸਾਰ ਦਾ ਵੈਰਾਗ ਤੇ ਸਤਿਪੁਰਖਾਂ ਦਾ ਵੈਰਾਗ ਕੀ ਹੁੰਦਾ, ਹੱਸਣਾ ਕੀ ਹੁੰਦਾ, ਰੋਣਾ ਕੀ ਹੁੰਦਾ ਹੈ। ਗੁਰੂ ਮਾਲਕ ਦੀ ਪਾਵਨ ਬਾਣੀ ਨੇ ਬਚਨ ਕਹੇ ਨੇ, ਰੰਗ ਹੱਸੈ ਰੰਗ ਰੋਵੈ। ਮਾਲਕ ਦੇ ਪਿਆਰ ਰੰਗ ਵਿੱਚ ਰੰਗੇ ਹੋਏ ਹੱਸਦੇ ਨੇ ਤੇ ਮਾਲਕ ਦੇ ਪਿਆਰ ਰੰਗ ਵਿੱਚ ਰੰਗੇ ਹੋਏ ਰੋਂਦੇ। ਰੰਗ ਹੱਸੈ ਰੰਗ ਰੋਵੈ, ਚੁੱਪ ਭੀ ਕਰ ਕਦੀ ਚੁੱਪ ਕਰ ਜਾਂਦੇ ਨੇ ਉਹਦੇ ਰੰਗ ਵਿੱਚ। ਠੀਕ ਹੈ ਮਾਲਕਾ, ਵਾਹਿਗੁਰੂ ਵਾਹਿਗੁਰੂ ਵਿਸ਼ਮਾਦ ਹੈ ਤੇਰੀ ਕੁਦਰਤ ਤੂੰ ਜਾਣ। ਕਦੀ ਉਹਦੇ ਵੈਰਾਗ ਦੇ ਵਿੱਚ ਚੁੱਪ ਕਰ ਜਾਂਦੇ ਨੇ। ਰੰਗ ਹੱਸੈ ਰੰਗ ਰੋਵੈ, ਚੁੱਪ ਭੀ ਕਰ ਜਾਏ। ਪਰਵਾਹ ਨਾਹੀ ਕਿਸੈ ਕੇਰੀ, ਬਾਜ ਸੱਚੇ ਨਾ। ਉਸ ਇੱਕ ਤੋਂ ਬਿਨਾ ਉਹਨਾਂ ਨੂੰ ਕਿਸੇ ਦੀ ਪਰਵਾਹ ਨਹੀਂ। ਭਾਈ ਸੁਥਰਾ ਜੀ ਜਦੋਂ ਆਸਰਾਸ ਦੇ ਬਚਨ ਕਰਦੇ ਸੀ ਨਾ ਜੀ, ਸੰਗਤ ਵਿੱਚ ਆਏ, ਨਮਸਕਾਰ ਕੀਤੀ। ਨਮਸਕਾਰ ਕਰਕੇ ਉੱਚੀ ਦੇ ਨਾਲ, ਜ਼ੋਰ ਦੇ ਨਾਲ ਉਹਨਾਂ ਨੇ ਕਿਹਾ, ਕਹਿਣ ਲੱਗੇ, ਤਰਕਾਰ ਹੈ ਕੀਰਤਨ ਦੇ ਕਰਨ ਵਾਲਿਆਂ ਨੂੰ, ਤਰਕਾਰ ਹੈ ਸੁਣਨ ਵਾਲਿਆਂ ਨੂੰ। ਇੰਨੀ ਗੱਲ ਕਹਿ ਕੇ ਬਾਹਰ ਭੱਜ ਗਏ। ਕੀਰਤਨ ਵਾਲਿਆਂ ਨੇ ਕੀਰਤਨ ਬੰਦ ਕਰ ਦਿੱਤਾ, ਸੁਣਨ ਵਾਲਿਆਂ ਨੇ ਇੱਕਦਮ ਵਾਹ ਬਰੋਲੇ ਹੋ ਕਰਕੇ ਸਤਿਗੁਰੂ ਕੋਲ ਆ ਕੇ ਕਹਿੰਦੇ, ਸਤਿਗੁਰੂ ਸੱਚੇ ਪਾਤਸ਼ਾਹ, ਤੁਹਾਡੇ ਸੁਥਰੇ ਨੇ ਅੱਜ ਰਾਗੀਆਂ ਨੂੰ, ਕੀਰਤਨੀਆਂ ਨੂੰ ਵੀ, ਰਬਾਬੀਆਂ ਨੂੰ ਵੀ ਗਾਲਾਂ ਕੱਢੀਆਂ ਨੇ ਤੇ ਸਾਨੂੰ ਵੀ ਗਾਲਾਂ ਕੱਢੀਆਂ ਨੇ, ਫਿਟਕਾਰਾਂ ਪਾਈਆਂ। ਭਾਈ ਸੁਥਰੇ ਨੂੰ ਬੁਲਾਇਆ, ਕਹਿਣ ਲੱਗੇ ਕੀ ਗੱਲ? ਕਹਿਣ ਲੱਗਾ ਜੀ ਕੋਈ ਗੱਲ ਨਹੀਂ ਹੋਈ। ਕਹਿਣ ਲੱਗੇ ਫਿਰ ਸੰਗਤ ਇੰਨੀ ਗੱਲ ਕਿਉਂ ਕਹਿ ਰਹੀ ਹੈ, ਰਬਾਬੀਏ ਇੰਨੀ ਗੱਲ ਕਿਉਂ ਕਹਿ ਰਹੇ ਨੇ? ਹੱਥ ਜੋੜ ਕੇ ਕਹਿਣ ਲੱਗੇ, ਪਾਤਸ਼ਾਹ ਇਹਨਾਂ ਨੂੰ ਪੁੱਛੋ, ਜਦੋਂ ਮੈਂ ਇਹਨਾਂ ਨੂੰ ਤਰਕਾਰ ਪਾਈ ਸੀ ਉਦੋਂ ਇਹ ਰਬਾਬੀਏ ਜਿਹੜਾ ਸੀ ਸ਼ਬਦ ਦੀ ਕਿਹੜੀ ਪੰਕਤੀ ਪੜ੍ਹ ਰਹੇ ਸਨ? ਕੋਈ ਯਾਦ ਨਹੀਂ। ਸੰਗਤ ਨੂੰ ਪੁੱਛਿਆ, ਇਹਨਾਂ ਨੂੰ ਪੁੱਛੋ ਕਿਹੜੀ ਪੰਕਤੀ ਸੁਣ ਰਹੇ ਸਨ? ਕੋਈ ਯਾਦ ਨਹੀਂ। ਤੇ ਗੁਰੂ ਪਾਤਸ਼ਾਹ ਮਹਾਰਾਜ ਸਤਿਗੁਰੂ ਜੀ ਨੂੰ ਹੱਥ ਜੋੜ ਕੇ ਕਹਿੰਦੇ, ਬਾਬਾ ਬਸ ਇਸੇ ਕਰਕੇ ਮੈਂ ਕਿਹਾ ਸੀ, ਨਾ ਇਹਨਾਂ ਨੂੰ ਕੀਰਤਨ ਕਰਨ ਵਾਲਿਆਂ ਨੂੰ ਧਿਆਨ ਸੀ ਤੇ ਨਾ ਸੁਣਨ ਵਾਲਿਆਂ ਦਾ ਧਿਆਨ ਸੀ, ਇਸੇ ਵਾਸਤੇ ਮੈਂ ਕਿਹਾ। ਮਹਾਂਪੁਰਖ ਆ ਗਏ ਨੇ, ਬਸ 2 ਮਿੰਟ ਬੇਨਤੀ ਕਰਕੇ ਸਮਾਪਤੀ ਹੈ। ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਸਤਿਗੁਰੂ ਜੀ ਦੇ ਘਰ ਦੇ ਵਿੱਚ ਬਾਬਾ ਸ੍ਰੀ ਚੰਦ ਜੀ ਮਜ਼ਾਕੀਆ ਮੂਡ ਦੇ ਵਿੱਚ ਕਹਿੰਦੇ, ਬੱਲੇ 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 ਰਾਮਦਾਸ ਸਤਿਗੁਰੂ, ਇੰਨਾ ਲੰਬਾ ਦੜ ਕਾਸ ਵਾਸਤੇ ਵਧਾਇਆ ਹੋਇਆ। ਤੇ ਧੰਨ ਗੁਰੂ ਰਾਮਦਾਸ ਸਾਹਿਬ ਜੀ ਨੇ ਆਪਣਾ ਦਾੜਾ ਜਿਹੜਾ ਸੀ ਇਸ ਤਰ੍ਹਾਂ ਹੱਥ ਵਿੱਚ ਲੈ ਲਿਆ, ਅਗਾਂਹ ਹੋ ਕੇ ਨਾ ਝੁੱਕੇ
ਤੇ ਕਹਿਣ ਲੱਗੇ ਮਹਾਂਪੁਰਖੋ ਤੁਹਾਡੇ ਵਰਗੇ ਮਹਾਂਪੁਰਖਾਂ ਦਾ, ਤੁਹਾਡੇ ਵਰਗੇ ਮਹਾਂਪੁਰਖਾਂ ਦੇ ਚਰਨ ਝਾੜਨ ਵਾਸਤੇ ਇੰਨਾ ਸਤਿਕਾਰ ਗੁਰੂ ਕੇ ਸੁਪੁੱਤਰ ਦਾ। ਤੇ ਅੱਜ ਮੇਰਾ ਲਾਣਾ ਪਿਆਰਿਓ, ਗੁਰੂ ਕੇ ਸੁਪੁੱਤਰਾਂ ਦੀ ਨਿੰਦਿਆ ਕਰਨ ਤੋਂ ਟਲਦਾ ਕੋਈ ਨਹੀਂ। ਵਾਹਿਗੁਰੂ ਕਿਰਪਾ ਕਰੇ ਕਿੱਥੇ ਇਹਨਾਂ ਦਾ ਭਲਾ ਹੋਏ। ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਸਾਨੂੰ ਸਤਿਕਾਰ ਤੇ ਸਨਮਾਨ ਕਰਨਾ ਸਿਖਾਇਆ। ਤੇ ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਦੀ ਨਿਮਰਤਾ ਤੋਂ ਤਰੁੱਠ ਕੇ ਬਾਬਾ ਸ੍ਰੀ ਚੰਦ ਜੀ ਨੇ ਬੜਾ ਇੱਕ ਪਿਆਰਾ ਬਚਨ ਕਿਹਾ ਸੀ ਜੋ ਸਾਡੇ ਇਤਿਹਾਸ ਨੇ ਸੰਭਾਲੇ। ਬਾਬਾ ਸ੍ਰੀ ਚੰਦ ਜੀ ਇੰਨੀ ਗੱਲ ਸੁਣ ਕੇ ਨਾ ਬੜੇ ਪ੍ਰਸੰਨ ਹੋਏ, ਬੜੇ ਪ੍ਰਸੰਨ ਹੋਏ। ਤੇ ਪ੍ਰਸੰਨਤਾ ਦੇ ਸਹਿਤ ਗੁਰੂ ਪਾਤਸ਼ਾਹ ਮਹਾਰਾਜ ਸਤਿਗੁਰੂ ਜੀ ਨੂੰ ਕਹਿਣ ਲੱਗੇ, ਰਾਮਦਾਸ ਸਤਿਗੁਰੂ ਤੁਮਰੇ ਸਰ ਮੈਂ ਜੋ ਮੱਜਾਏ ਪਾਪੀ ਭੀ ਗਤ ਪਾਏ। ਕਹਿਣ ਲੱਗੇ ਰਾਮਦਾਸ ਸਤਿਗੁਰੂ ਤੁਹਾਡੇ ਇਹਨਾਂ ਸਰੋਵਰਾਂ ਦੇ ਵਿੱਚ ਕੋਈ ਪਾਪੀ ਵੀ ਆ ਕੇ ਇਸ਼ਨਾਨ ਕਰੇਗਾ ਉਹ ਵੀ ਤਰ ਜਾਏਗਾ, ਉਹਦਾ ਵੀ ਉਦਾਰ ਹੋ ਜਾਏਗਾ। ਇਹ ਬਾਬਾ ਸ੍ਰੀ ਚੰਦ ਜੀ ਦੀਆਂ ਬਾਤਾਂ ਨੇ। ਤੇ ਅੱਜ ਬਾਬਾ ਸ੍ਰੀ ਚੰਦ ਜੀ ਦੇ ਉਪਾਸਕ ਸ੍ਰੀ ਮਾਨ ਸੰਤ ਬਾਬਾ ਅਨੰਤ ਰਾਮ ਜੀ ਉਦਾਸੀ, ਉਹਨਾਂ ਦੀ ਯਾਦ ਵਿੱਚ ਬੈਠੇ ਆ। ਗੁਰੂ ਰਾਮਦਾਸ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾ ਰਹੇ ਆ। ਆਓ ਪਿਆਰ ਸਹਿਤ ਸਾਰੇ ਮਿਲ ਕਰਕੇ ਹਾਜ਼ਰੀ ਲਵਾਇਓ, ਕੋਈ ਅਰਸਨਾ ਵਾਂਝੀ ਨਾ ਰਹੇ। ਤੇ ਗੁਰੂ ਪਾਤਸ਼ਾਹ ਮਹਾਰਾਜ ਜੀ ਨੂੰ ਮਹਾਂਪੁਰਖਾਂ ਨੂੰ ਸਮਰਪਿਤ ਹੋ ਕੇ ਪਿਆਰ ਦੇ ਸਹਿਤ ਪੜ੍ਹੀਏ ਜੀ। ਮੇਰੇ ਬਾਬਾ ਜੀ ਤੇਰੇ ਤੋਂ ਬਗੈਰ ਸਾਡਾ ਕੌਣ ਹੈ। ਮੇਰੇ ਬਾਬਾ ਜੀ ਤੇਰੇ ਤੋਂ ਬਗੈਰ ਸਾਡਾ ਕੌਣ ਹੈ। ਮੇਰੇ ਮੇਰੇ ਬਾਬਾ ਜੀ ਤੇਰੇ ਤੋਂ ਬਗੈਰ ਸਾਡਾ ਕੌਣ ਹੈ। ਮੇਰੇ ਬਾਬਾ ਜੀ ਤੇਰੇ ਤੋਂ ਬਗੈਰ ਸਾਡਾ ਕੌਣ ਹੈ। ਮੇਰੇ ਨਾ ਮੈਂ ਝੂਠੇ ਪੀਰ ਮਨਾਵਾਂ, ਨਾ ਮੈਂ ਝੂਠੇ ਦਰ ਤੇ ਜਾਵਾਂ, ਨਾ ਮੈਂ ਝੂਠੇ ਨਾ ਮੈਂ ਝੂਠੇ ਪੀਰ ਮਨਾਵਾਂ, ਨਾ ਮੈਂ ਝੂਠੇ ਦਰ ਤੇ ਜਾਵਾਂ, ਨਾ ਮੈਂ ਝੂਠੇ ਬਸ ਇੱਕੋ ਹੀ ਤੇਰਾ ਨਾਮ ਧਿਆਵਾਂ। ਮੇਰੇ ਬਾਬਾ ਜੀ ਤੇਰੇ ਤੋਂ ਬਗੈਰ ਸਾਡਾ ਕੌਣ ਹੈ। ਮੇਰੇ ਬਾਬਾ ਜੀ ਤੇਰੇ ਤੋਂ ਬਗੈਰ ਸਾਡਾ ਕੌਣ ਹੈ। ਮੇਰੇ ਮੈਂ ਪਰਦੇਸੀ ਦੇਸ ਨੀ ਮੇਰਾ, ਇੱਕ ਦੋ ਦਿਨ ਦਾ ਰਹਿਣ ਬਸੇਰਾ। ਮੈਂ ਪਰਦੇਸੀ ਦੇਸ ਨੀ ਮੇਰਾ, ਇੱਕ ਦੋ ਦਿਨ ਦਾ ਰਹਿਣ ਬਸੇਰਾ। ਮੈਂ ਪਰਦੇਸੀ ਨਾ ਕੋ ਸਾਥੀ ਨਾ ਕੋਈ ਬੇਲੀ, ਨਾ ਕੋਈ ਸਾਥੀ ਨਾ ਕੋਈ ਬੇਲੀ, ਨਾ ਕੋਈ ਬਸ ਇੱਕੋ ਹੀ ਤੇਰਾ ਸਹਾਰਾ। ਮੇਰੇ ਬਾਬਾ ਜੀ ਤੇਰੇ ਤੋਂ ਬਗੈਰ ਸਾਡਾ, ਮੇਰੇ ਬਾਬਾ ਜੀ ਤੇਰੇ ਤੋਂ ਬਗੈਰ ਸਾਡਾ, ਤੇਰੇ ਤੋਂ ਬਗੈਰ ਸਾਡਾ,
बस जिथे भी जुड़ते हैं, जिथे भी बहने हैं, हर समय संगतां प्यार दे विच याद करदियां ने धन धन बाबा डंडे वाले, धन धन बाबा अनंत राम जी। परिवारां विच सहबरां महापुरखां ने जिथे जिथे भी लाइयां ने, प्यार विच संगतां जुड़दियां ने, याद करदियां ने। देसां विदेसां विच संगतां याद करदियां ने, इन्ना प्यार दिंदियां ने। इत्थे संगत खडूर साहिब तो पिछले समय विच आई, अरदास बेनती कह रहे सन। मैं कहा भी महापुरख करन, बाबा जी होणां दी सेवा लगी, वो अरदास करन। ते बाबा जी ने सुभावक अगों कह दिता, कहण लगे भी कोई नहीं मुताब सिंह जी उत्थे तुसीं कर दिया करो। मैं कहा जी बाबा जी मैं इन्ने जोगा नहीं। संगत नूं कहण लगे कोई नहीं मुताब सिंह को करा लिया करो। संगत हाथ जोड़ के सीस झुका दिता। उस दिन तो प्यारिओ कदी कोई आके कह दिंदा कि ज्ञानी जी साडी अरदास कर दिओ। चलो अरदास ते गुरु दे चरणां दे विच करनी है, पर जिहड़ी असीस महापुरखां ने बख्शिश कीती होई है वड्डे वीर डॉक्टर गुरमेज सिंह जी होणां नूं, प्यारिओ ये असीस ते इन्हां कोल ही है ना। असीं ते केवल प्यार विच भिज के कुछ समां कीरती कर सकदे हां, सुण सकदे हां। उन्हां दा जस, वड्डियां दा जस प्यारिओ असीं अधूरे जीव जिहड़े कदी नहीं कर सकदे। असीं अधूरे हां, बाबा जी पूरे, सतगुरु पूरा है। वाहिगुरु किरपा करे सानू बोलण दी, सुणन दी समर्थ आ जाए। गुरु के प्यार विच जुड़दे रहिए। महापुरखां दा बहुत बहुत धन्नवाद। समुची प्रबंधक कमेटी दा, समुचियां संगतां दा धन्नवाद। सत्कारयोग श्रीमान संत बाबा गुरदीप सिंह जी खजाले वाले पहुंचे ने। आओ उन्हां दी आमद ते एक जयकारा बुलाइए। नाल ही दास वालों फतेह दी प्रवानगी जी। बोले सो निहाल, भुल चुक दी खिमा। वाहिगुरू जी का खालसा, वाहिगुरू जी की फतेह।